Hello everyone, my name is Ramandeep Kaur. I am SS Mistress from Government Senior Secondary School, Butala Boys, Block Raya 1, District Amritsar। ਤੇ ਸਾਡਾ ਟੌਪਿਕ ਚੱਲ ਰਿਹਾ ਹੈ ਭਾਰਤ ਦੇ ਜਲ ਪ੍ਰਵਾਹ ਇੰਡੀਆਜ਼ ਡਰੇਨੇਜ ਸਿਸਟਮ। ਤੇ ਅੱਜ ਅਸੀਂ ਭਾਰਤ ਦੇ ਵਿੱਚ ਵਹਿਣ ਵਾਲੀਆਂ ਝੀਲਾਂ ਦੇ ਬਾਰੇ ਪੜਾਂਗੇ, ਮੀਨਸ ਲੇਕਸ। ਝੀਲਾਂ ਦਾ ਪਾਣੀ ਵਰਖਾ ਤੋਂ ਜਾਂ ਗਲੇਸ਼ੀਅਰ ਦੀ ਬਰਫ਼ ਪਿਘਲਣ ਦੇ ਨਾਲ ਮਿਲਦਾ ਹੈ। ਸੋ ਸਭ ਤੋਂ ਪਹਿਲੇ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਝੀਲਾਂ ਅਤੇ ਦਰਿਆਵਾਂ ਦੇ ਵਿੱਚ ਡਿਫਰੈਂਸ ਕੀ ਹੈ। ਝੀਲਾਂ ਨੈਚੁਰਲ ਔਰ ਮੈਨ-ਮੇਡ ਦੋਨੋਂ ਤਰ੍ਹਾਂ ਦੀਆਂ ਹੀ ਹੁੰਦੀਆਂ ਹਨ, ਜਦਕਿ ਰਿਵਰਸ ਹੈ ਜਿਹੜੀਆਂ ਉਹ ਹਮੇਸ਼ਾ ਹੀ ਕੁਦਰਤੀ ਹੁੰਦੀਆਂ ਹਨ। ਦਰਿਆ ਹੈ ਜਿਹੜੇ ਨਦੀਆਂ ਉਹ ਅੰਤ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਸਮੁੰਦਰ ਦੇ ਵਿੱਚ ਮਿਲਦੇ ਹਨ, ਜਦਕਿ ਝੀਲਾਂ ਹੈ ਜਿਹੜੀਆਂ ਉਹ ਚਾਰੇ ਪਾਸਿਆਂ ਤੋਂ ਹੀ ਜ਼ਮੀਨ ਦੇ ਨਾਲ ਘਿਰੀਆਂ ਹੋਈਆਂ ਹੁੰਦੀਆਂ ਹਨ। ਮੀਨਸ ਲੇਕਸ ਆਰ ਸਰਾਊਂਡਡ ਬਾਈ ਲੈਂਡ ਔਨ ਆਲ ਸਾਈਡਸ। ਸੋ ਜੰਮੂ ਕਸ਼ਮੀਰ ਦੇ ਵਿੱਚ ਡੱਲ ਅਤੇ ਵਲੂਰ ਝੀਲ ਸਰਦੀਆਂ ਦੇ ਵਿੱਚ ਠੰਡ ਦੇ ਨਾਲ ਜੰਮ ਜਾਂਦੀਆਂ ਹਨ। ਕਈ ਝੀਲਾਂ ਮਨੁੱਖ ਦੁਆਰਾ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਉੱਤਮ ਉਦਾਹਰਨ ਹੈ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ। ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਜਿਹੜੀ ਕਿ ਮਨੁੱਖ ਦੇ ਦੁਆਰਾ ਬਣਾਈ ਗਈ ਝੀਲ ਹੈ। ਰਾਜਸਥਾਨ ਦੇ ਵਿੱਚ ਸਾਬਰ ਝੀਲ ਖਾਰੇ ਪਾਣੀ ਦੀ ਝੀਲ ਹੈ ਅਤੇ ਸੈਰ ਸਪਾਟੇ ਦੇ ਲਿਹਾਜ਼ ਨਾਲ ਵੀ ਇਹ ਝੀਲਾਂ ਬਹੁਤ ਹੀ ਮਹੱਤਵਪੂਰਨ ਹਨ। ਹੁਣ ਅਸੀਂ ਭਾਰਤ ਦੀ ਆਰਥਿਕਤਾ ਦੇ ਵਿੱਚ ਨਦੀਆਂ ਦੀ ਕੀ ਭੂਮਿਕਾ ਹੈ, ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਭਾਰਤ ਦੀ ਆਰਥਿਕਤਾ ਦੇ ਵਿੱਚ ਔਰ ਮਨੁੱਖ ਦੇ ਜੀਵਨ ਦੇ ਵਿੱਚ ਪਾਣੀ ਦੀ ਬਹੁਤ ਹੀ ਜ਼ਿਆਦਾ ਭੂਮਿਕਾ ਹੈ, ਕਿਉਂਕਿ ਪਾਣੀ ਸਭ ਤੋਂ ਮਹੱਤਵਪੂਰਨ ਕੁਦਰਤੀ ਸੋਮਾ ਹੈ ਅਤੇ ਮਨੁੱਖ ਦਾ ਜੀਵਨ ਪਾਣੀ ਤੋਂ ਬਿਨਾਂ ਸੰਭਵ ਨਹੀਂ ਹੈ। ਜਿਉਣ ਦੇ ਲਈ, ਖੇਤੀਬਾੜੀ ਦੇ ਵਿੱਚ, ਸਿੰਜਾਈ ਦੇ ਲਈ, ਉਦਯੋਗਾਂ ਵਿੱਚ ਅਤੇ ਘਰਾਂ ਵਿੱਚ ਹਰ ਜਗ੍ਹਾ ਹੀ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਭਾਰਤੀ ਨਦੀਆਂ ਦੇ ਉਸਾਰੇ ਪਣ ਬਿਜਲੀ ਘਰ ਭਾਰਤ ਦੇ ਕਾਰਖਾਨਿਆਂ ਨੂੰ ਚਲਾ ਰਹੇ ਹਨ, ਅਤੇ ਜਿਸ ਨਾਲ ਕਿ ਸਾਡੇ ਘਰ ਬਿਜਲੀ ਦੇ ਨਾਲ ਰੋਸ਼ਨ ਹਨ। ਸੋ ਇਸ ਕਰਕੇ ਨਦੀਆਂ ਔਰ ਦਰਿਆਵਾਂ ਦੀ ਭਾਰਤ ਦੀ ਆਰਥਿਕਤਾ ਦੇ ਵਿੱਚ ਔਰ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਮੰਨੀ ਗਈ ਹੈ। ਹੁਣ ਅਸੀਂ ਦੇਖਾਂਗੇ ਕਿ ਨਦੀਆਂ ਦੇ ਵਿੱਚ ਕਿਵੇਂ ਦਿਨੋਂ ਦਿਨ ਪ੍ਰਦੂਸ਼ਣ ਵੱਧ ਰਿਹਾ ਹੈ ਮਨੁੱਖ ਦੀਆਂ ਗਤੀਵਿਧੀਆਂ ਕਰਕੇ, ਅਤੇ ਇਸ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਕੀ ਕਦਮ ਚੁੱਕੇ ਗਏ ਹਨ ਅਤੇ ਮਨੁੱਖ ਨੂੰ ਵੀ ਆਪਣੇ ਪੱਧਰ 'ਤੇ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਨਦੀਆਂ ਦੇ ਵਿੱਚ ਪ੍ਰਦੂਸ਼ਣ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਨਦੀਆਂ ਦੇ ਵਿੱਚ ਪ੍ਰਦੂਸ਼ਣ ਦਿਨੋਂ ਦਿਨ ਵੱਧ ਰਿਹਾ ਹੈ। ਗੰਗਾ ਸਮੇਤ ਕਈ ਛੋਟੀਆਂ ਵੱਡੀਆਂ ਨਦੀਆਂ ਦੇ ਵਿੱਚ ਪ੍ਰਦੂਸ਼ਣ ਦੀ ਮਾਤਰਾ ਖਤਰੇ ਦੇ ਹੱਦ ਤੋਂ ਵੀ ਕਿਤੇ ਜ਼ਿਆਦਾ ਹੈ। ਨਦੀਆਂ ਦੇ ਸਾਫ਼ ਪਾਣੀ ਵਿੱਚ ਸੀਵਰੇਜ, ਕੀਟਨਾਸ਼ਕ, ਨਦੀਨਨਾਸ਼ਕ, ਉੱਲੀ ਨਾਸ਼ਕ ਰਲੇ ਹਨ, ਜੋ ਕਿ ਖੇਤੀਬਾੜੀ ਵਿੱਚ ਅੰਨ੍ਹੇਵਾਹ ਵਰਤੋਂ ਕਾਰਨ ਮੀਂਹ ਦੇ ਪਾਣੀ ਨਾਲ ਵਹਿ ਕੇ ਨਾਲਿਆਂ ਅਤੇ ਫਿਰ ਨਦੀਆਂ ਦੇ ਵਿੱਚ ਪਹੁੰਚ ਜਾਂਦੇ ਹਨ। ਇਸ ਤੋਂ ਇਲਾਵਾ ਉਦਯੋਗਾਂ ਦੇ ਵਿੱਚੋਂ ਨਿਕਲੇ ਜ਼ਹਿਰੀਲੇ ਪਦਾਰਥ ਵੀ ਮਨੁੱਖ ਦੇ ਲਈ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਹਨਾਂ ਜ਼ਹਿਰਾਂ ਦੇ ਨਾਲ ਮਨੁੱਖ ਦੇ ਦਿਮਾਗ ਦੀ ਸੂਝ ਸ਼ਕਤੀ, ਜਿਗਰ, ਗੁਰਦੇ, ਪੇਟ, ਦਿਲ ਆਦਿ ਨੁਕਸਾਨੇ ਜਾ ਰਹੇ ਹਨ। ਸੋ ਇਹ ਪ੍ਰਦੂਸ਼ਿਤ ਪਦਾਰਥਾਂ ਨਾਲ ਨਾ ਸਿਰਫ ਮਨੁੱਖ ਸਗੋਂ ਜਲ ਵਿਚਲੇ ਜੀਵ ਜਾਨਵਰ ਅਤੇ ਪੰਛੀ ਵੀ ਮਰ ਰਹੇ ਹਨ। ਹੁਣ ਅਸੀਂ ਦੇਖਾਂਗੇ ਕਿ ਇਹਨਾਂ ਦੀ ਰੋਕਥਾਮ ਦੇ ਲਈ ਸਰਕਾਰ ਹੈ ਜਿਹੜੀ ਉਹ ਸਮੇਂ-ਸਮੇਂ 'ਤੇ ਕੀ ਕਦਮ ਚੁੱਕ ਰਹੀ ਹੈ। ਸਭ ਤੋਂ ਪਹਿਲਾਂ ਅਪ੍ਰੈਲ 1986 ਦੇ ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਗੰਗਾ ਦੇ ਵਿੱਚ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ, ਅਤੇ ਇਸ ਤੋਂ ਬਾਅਦ ਇਸ ਨੂੰ ਹੀ ਜਾਰੀ ਰੱਖਦੇ ਹੋਏ 2009 ਦੇ ਵਿੱਚ ਨੈਸ਼ਨਲ ਗੰਗਾ ਬੇਸਿਨ ਅਥਾਰਟੀ ਦਾ ਨਿਰਮਾਣ ਕੀਤਾ ਗਿਆ, ਅਤੇ 2015 ਦੇ ਵਿੱਚ ਸੈਂਟਰਲ ਗੌਰਮੈਂਟ ਨੇ ਗੰਗਾ ਨਦੀ ਨੂੰ ਸਾਫ਼ ਕਰਨ ਦੇ ਲਈ
ਮਹੱਤਵਪੂਰਨ ਕਦਮ ਚੁੱਕੇ ਤੇ ਇਸ ਯੋਜਨਾ ਦੇ ਵਿੱਚ ਪੰਜਾਬ ਦੇ ਸਤਲੁਜ ਦਰਿਆ ਨੂੰ ਵੀ ਸ਼ਾਮਿਲ ਕੀਤਾ ਗਿਆ। ਗੰਗਾ ਨਦੀ ਨੂੰ ਸਾਫ਼ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕਣ ਦੇ ਨਾਲ ਸਰਕਾਰ ਨੇ ਪੰਜਾਬ ਦੇ ਕਿਹੜੇ ਦਰਿਆ ਨੂੰ ਸ਼ਾਮਿਲ ਕੀਤਾ? ਸਤਲੁਜ ਦਰਿਆ ਨੂੰ ਵੀ ਸ਼ਾਮਿਲ ਕੀਤਾ ਗਿਆ। ਸੋ ਸਰਕਾਰਾਂ ਤੋਂ ਇਲਾਵਾ ਮਨੁੱਖ ਦਾ ਵੀ ਫਰਜ਼ ਬਣਦਾ ਹੈ ਆਪਣੇ ਪੱਧਰ 'ਤੇ ਕਿ ਉਹ ਪਾਣੀ ਦੇ ਸਰੋਤਾਂ ਦੀ ਸਾਂਭ ਸੰਭਾਲ ਕਰਨ ਅਤੇ ਪਾਣੀ ਦੇ ਸਰੋਤਾਂ ਨੂੰ ਸਾਂਭ ਕੇ ਰੱਖਣ ਦੇ ਲਈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਖਾਦਾਂ ਕੀਟਨਾਸ਼ਕਾਂ ਦੀ ਵਰਤੋਂ ਹੈ ਜਿਹੜੀ ਉਹ ਸੰਜਮ ਦੇ ਨਾਲ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਬਚਾਉਣ ਦੇ ਲਈ, ਨਦੀਆਂ ਨੂੰ ਬਚਾਉਣ ਦੇ ਲਈ ਪਿੰਡ ਪੱਧਰ 'ਤੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਉਦਯੋਗਾਂ ਤੋਂ ਨਿਕਲੇ ਗੰਦੇ ਪਾਣੀ ਨੂੰ ਸਾਫ਼ ਕਰਨ ਦੇ ਲਈ ਵਾਟਰ ਟਰੀਟਮੈਂਟ ਪਲਾਂਟ ਵੀ ਲਗਾਉਣੇ ਜਿਹੜੇ ਆ ਉਹ ਕਾਨੂੰਨੀ ਪੱਧਰ 'ਤੇ ਜ਼ਰੂਰੀ ਬਣਾਏ ਜਾਣੇ ਚਾਹੀਦੇ ਹਨ। ਤਾਂ ਹੀ ਜਿਹੜਾ ਮਨੁੱਖ ਦਾ ਜੀਵਨ ਹੈ ਉਹ ਸੰਭਵ ਹੋ ਸਕੇਗਾ, ਕਿਉਂਕਿ ਬਿਨਾਂ ਪਾਣੀ ਤੋਂ ਮਨੁੱਖ ਦਾ ਜੀਵਨ ਹੈ ਜਿਹੜਾ ਉਹ ਨਹੀਂ ਸੰਭਵ ਹੋ ਸਕਦਾ। ਆਈ ਹੋਪ ਇੰਡੀਆ ਦੇ ਡਰੇਨੇਜ ਸਿਸਟਮ ਬਾਰੇ ਸਭ ਨੂੰ ਕਲੀਅਰ ਹੋ ਗਿਆ ਹੋਵੇਗਾ। ਨਾਓ ਇਟਸ ਟਾਈਮ ਟੂ ਰੀਕੈਪਚੁਲੇਸ਼ਨ। ਸੋ ਆਓ ਦੁਹਰਾਈ ਕਰੀਏ। ਸਭ ਤੋਂ ਪਹਿਲਾਂ ਅਸੀਂ ਇੰਡੀਆਜ਼ ਡਰੇਨੇਜ ਸਿਸਟਮ ਦੇ ਵਿੱਚ ਭਾਰਤ ਦੇ ਜਲ ਪ੍ਰਵਾਹ ਬਾਰੇ ਪੜ੍ਹਿਆ ਕਿ ਕਿਸੇ ਇਲਾਕੇ ਦੇ ਵਿੱਚ ਵਹਿਣ ਵਾਲੇ ਨਦੀਆਂ ਅਤੇ ਨਹਿਰਾਂ ਦੇ ਜਾਲ ਨੂੰ ਜਲ ਪ੍ਰਵਾਹ ਕਹਿੰਦੇ ਹਨ। ਅਤੇ ਉਸ ਤੋਂ ਬਾਅਦ ਅਸੀਂ ਜਲ ਨਿਕਾਸ ਸਰੂਪਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੀਜ਼ ਆਰ ਵੈਰੀ ਇੰਪੋਰਟੈਂਟ ਕੁਐਸਚਨਸ ਕਿ ਗੰਗਾ ਬ੍ਰਹਮਪੁੱਤਰ ਨਦੀਆਂ ਦਾ ਸਰੂਪ ਕੀ ਹੈ? ਡੰਡੀਦਾਰ ਅਪਰਵਾਹ। ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ ਕੀ ਹੈ? ਸਮਾਨਾਂਤਰ ਅਪਰਵਾਹ। ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਦਾ ਸਰੂਪ ਕੀ ਹੈ? ਜਾਲੀਨੁਮਾ ਅਪਰਵਾਹ। ਔਰ ਨਰਮਦਾ, ਸੋਨ, ਅਮਰਕੰਟਕ ਤੋਂ ਨਿਕਲਣ ਵਾਲੀਆਂ ਨਦੀਆਂ ਦਾ ਸਰੂਪ ਚੱਕਰੀ ਅਪਰਵਾਹ ਹੈ। ਸੋ ਸਰੂਪਾਂ ਦੇ ਬਾਰੇ ਜਾਣਨ ਤੋਂ ਬਾਅਦ ਅਸੀਂ ਭਾਰਤ ਦੇ 4 ਰਿਵਰ ਸਿਸਟਮਸ ਦੇ ਬਾਰੇ ਜਾਣਕਾਰੀ ਹਾਸਲ ਕੀਤੀ, ਜਿਨ੍ਹਾਂ ਦੇ ਵਿੱਚ ਹਿਮਾਲਿਆ ਦੀਆਂ ਨਦੀਆਂ, ਪ੍ਰਾਇਦੀਪੀ ਨਦੀ ਤੰਤਰ, ਤੱਟ ਦੀਆਂ ਨਦੀਆਂ ਅਤੇ ਅੰਦਰੂਨੀ ਨਦੀ ਤੰਤਰ ਅਤੇ ਝੀਲਾਂ ਬਾਰੇ ਪੜ੍ਹਿਆ। ਇਸ ਤੋਂ ਇਲਾਵਾ ਹਿਮਾਲਿਆ ਦੇ ਵਿੱਚ 3 ਪ੍ਰਮੁੱਖ ਨਦੀਆਂ ਬਾਰੇ ਅਸੀਂ ਜਾਣਕਾਰੀ ਹਾਸਲ ਕੀਤੀ, ਸਿੰਧ, ਗੰਗਾ ਅਤੇ ਬ੍ਰਹਮਪੁੱਤਰ। ਸਿੰਧ ਨਦੀ ਕਿੱਥੋਂ ਨਿਕਲਦੀ ਹੈ? ਵੋਖਰਸ਼ੂ ਗਲੇਸ਼ੀਅਰ ਤੋਂ। ਸਿੰਧ ਨਦੀ ਵੋਖਰਸ਼ੂ ਗਲੇਸ਼ੀਅਰ ਤੋਂ ਨਿਕਲਦੀ ਹੈ। ਅਤੇ ਇਸ ਤੋਂ ਇਲਾਵਾ ਗੰਗਾ ਅਤੇ ਬ੍ਰਹਮਪੁੱਤਰ ਨਦੀ ਜਿਹੜੀ ਹੈ ਦੋਨੋਂ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਡੈਲਟਾ ਬਣਾਉਂਦੇ ਹਨ। ਅਤੇ ਗੰਗਾ ਨਦੀ ਗੰਗੋਤਰੀ ਹਿਮ ਨਦੀ ਤੋਂ ਜਨਮ ਲੈਂਦੀ ਹੈ। ਅਤੇ ਉਸ ਤੋਂ ਬਾਅਦ ਅਸੀਂ ਬ੍ਰਹਮਪੁੱਤਰ ਦੇ ਬਾਰੇ ਪੜ੍ਹਿਆ ਕਿ ਬ੍ਰਹਮਪੁੱਤਰ ਨੂੰ ਤਿੱਬਤ ਦੇ ਵਿੱਚ ਸਾਂਗਪੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਚੀਨੀ ਭਾਸ਼ਾ ਦੇ ਵਿੱਚ ਯਾਰਲੁੰਗ ਸਾਂਗਪੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਾਇਦੀਪੀ ਜਲਤੰਤਰ ਦੇ ਵਿੱਚ ਅਸੀਂ 2 ਤਰ੍ਹਾਂ ਦੀਆਂ ਰਿਵਰਸ ਦੇ ਬਾਰੇ ਜਾਣਕਾਰੀ ਹਾਸਲ ਕੀਤੀ, ਈਸਟ ਫਲੋਇੰਗ ਰਿਵਰ ਐਂਡ ਵੈਸਟ ਫਲੋਇੰਗ ਰਿਵਰ। ਈਸਟ ਫਲੋਇੰਗ ਰਿਵਰ ਸਨ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ। ਅਤੇ ਇਹ ਨਦੀਆਂ ਈਸਟ ਫਲੋਇੰਗ ਰਿਵਰਸ ਹੈ ਜਿਹੜੀਆਂ ਇਹ ਡੈਲਟੇ ਬਣਾਉਂਦੀਆਂ ਹਨ। ਅਤੇ ਉਸ ਤੋਂ ਬਾਅਦ ਨਰਮਦਾ, ਤਾਪਤੀ, ਸਾਬਰਮਤੀ, ਮਾਹੀ ਅਤੇ ਲੂਨੀ ਨਦੀ, ਇਹ ਸਾਰੀਆਂ ਨਦੀਆਂ ਪੱਛਮ ਦੇ ਵੱਲ ਵਹਿਣ ਵਾਲੀਆਂ ਨਦੀਆਂ ਹਨ ਅਤੇ ਐਸਚਰੀਜ਼ ਬਣਾਉਂਦੀਆਂ ਹਨ। ਉਸ ਤੋਂ ਇਲਾਵਾ ਲੂਨੀ ਨਦੀ ਬਾਰੇ ਅਸੀਂ ਪੜ੍ਹਿਆ ਕਿ ਲੂਨੀ ਨਦੀ ਕਿਸੇ ਵੀ ਸਾਗਰ ਦੇ ਵਿੱਚ ਜਾ ਕੇ ਨਹੀਂ ਮਿਲਦੀ, ਸਗੋਂ ਇਹ ਰਸਤੇ ਵਿੱਚ ਹੀ ਕੱਛ ਰੇਗਿਸਤਾਨ ਦੇ ਵਿੱਚ ਲੋਪ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗੋਦਾਵਰੀ ਬਾਰੇ ਪੜ੍ਹਿਆ ਅਸੀਂ ਕਿ ਗੋਦਾਵਰੀ ਨੂੰ ਦੱਖਣ ਭਾਰਤ ਦੇ ਵਿੱਚ ਵਿਰਧ ਗੰਗਾ ਜਾਂ ਦੱਖਣ ਗੰਗਾ ਕਿਹਾ ਜਾਂਦਾ ਹੈ ਅਤੇ ਗੰਗਾ ਤੋਂ ਬਾਅਦ ਇਹ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਹੈ। ਅਤੇ ਨਰਮਦਾ ਨਦੀ ਹੈ ਜਿਹੜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਜਬਲਪੁਰ ਨੇੜੇ ਧੂਆਂਧਾਰ ਨਾਂ ਦਾ ਖੂਬਸੂਰਤ ਝਰਨਾ ਬਣਾਉਂਦੀ ਹੈ ਅਤੇ ਇਹ ਨਦੀ ਪੱਛਮ ਦਿਸ਼ਾ ਦੇ ਵਿੱਚ ਵਹਿਣ ਵਾਲੀ ਸਭ ਤੋਂ ਲੰਬੀ ਨਦੀ ਹੈ। ਉਸ ਤੋਂ ਬਾਅਦ
ਅਸੀਂ ਤੱਟੀ ਨਦੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਅੰਦਰੂਨੀ ਨਦੀ ਤੰਤਰ ਕੀ ਹੁੰਦਾ ਹੈ? ਉਹ ਨਦੀ ਤੰਤਰ ਜਿਸ ਦੇ ਵਿੱਚ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ, ਸਗੋਂ ਰਸਤੇ ਵਿੱਚ ਹੀ ਵਿਲੀਨ ਹੋ ਜਾਂਦੀਆਂ ਹਨ, ਰਸਤੇ ਵਿੱਚ ਹੀ ਖਤਮ ਹੋ ਜਾਂਦੀਆਂ ਹਨ। ਤੇ ਇਸ ਦੀ ਸਭ ਤੋਂ ਉੱਤਮ ਉਦਾਹਰਨ ਕਿਹੜੀ ਹੈ? ਘੱਗਰ ਨਦੀ। ਸੋ ਘੱਗਰ ਨਦੀ ਕਿਹੜੇ ਨਦੀ ਤੰਤਰ ਦੀ ਉਦਾਹਰਨ ਹੈ? ਅੰਦਰੂਨੀ ਨਦੀ ਤੰਤਰ। ਉਸ ਤੋਂ ਬਾਅਦ ਅਸੀਂ ਝੀਲਾਂ ਬਾਰੇ ਪੜ੍ਹਿਆ ਕਿ ਝੀਲਾਂ ਹੈ ਜਿਹੜੀਆਂ ਉਹ ਕੁਦਰਤੀ ਵੀ ਹੁੰਦੀਆਂ ਹਨ ਅਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਵੀ ਹੁੰਦੀਆਂ ਹਨ। ਮਨੁੱਖ ਦੁਆਰਾ ਬਣਾਈ ਗਈ ਝੀਲ ਦੀ ਇੱਕ ਉਦਾਹਰਨ ਕਿਹੜੀ ਹੈ? ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ। ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ। ਤੇ ਉਸ ਤੋਂ ਬਾਅਦ ਭਾਰਤ ਦੀ ਆਰਥਿਕਤਾ ਦੇ ਵਿੱਚ ਨਦੀਆਂ ਅਤੇ ਦਰਿਆਵਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਦਿਨੋਂ ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜੋ ਵੀ ਪਲਾਨ ਬਣਾਏ ਗਏ ਹਨ ਉਸ ਦੇ ਬਾਰੇ ਤੇ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ ਪਾਣੀ ਨੂੰ ਪ੍ਰਦੂਸ਼ਣ ਨੂੰ ਰੋਕਣ ਦੇ ਲਈ, ਉਸ ਬਾਰੇ ਅਸੀਂ ਜਾਣਕਾਰੀ ਹਾਸਲ ਕੀਤੀ। ਆਈ ਹੋਪ ਸਭ ਨੂੰ ਇੰਡੀਆਜ਼ ਡਰੇਨੇਜ ਸਿਸਟਮ ਦੇ ਬਾਰੇ ਕਲੀਅਰ ਹੋ ਗਿਆ ਹੋਵੇਗਾ। ਧੰਨਵਾਦ।